ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸੈਭੰ ਗੁਰ ਪ੍ਰਸਾਦਿ। ਸ਼੍ਰੀ ਨਾਨਕ ਪਦ ਪੰਕਜ ਬੰਧਨ ਪਦ ਪੰਕਜ ਬੰਧਨਾ ਸਿਮਰੋ ਅੰਗਦ ਦੁਖ ਨਿਕੰਦਨਾ। ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਜੁਗੋ ਜੁਗ ਅਟਲ ਚਬਰ ਸ਼ਬਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਵਿਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੇ ਅਤ ਸਤਿਕਾਰਯੋਗ ਸਤਸੰਗੀ ਜਨੋ, ਬੜੇ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰੂ ਜੀ ਦੀ ਰਹਿਮਤ ਦੇ ਸਦਕਾ ਰੋਜ਼ਾਨਾ ਹੀ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਮੇਰੇ ਤੋਂ ਪਹਿਲਾਂ ਆਪ ਜੀਆਂ ਨੇ ਬੜੇ ਹੀ ਸਤਿਕਾਰ ਦੇ ਨਾਲ
ਇਕਾਗਰ ਚਿੱਤ ਹੋ ਕੇ ਗੁਰੂ ਪਿਆਰਿਆਂ ਪਾਸੋਂ, ਗੁਰੂ ਸਵਾਰਿਆਂ ਪਾਸੋਂ ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਚੱਲ ਰਹੀ ਲੜੀਵਾਰ ਕਥਾ ਦੇ ਤਹਿਤ ਦਾਸਰਿਆਂ ਨੂੰ ਕੁਝ ਕੁ ਸਮਾਂ ਆਪ ਜੀਆਂ ਦੇ ਨਾਲ ਗੁਰ ਇਤਿਹਾਸ ਦੀ ਕਥਾ ਕਰਨ ਦਾ ਪ੍ਰਾਪਤ ਹੋਇਆ ਹੈ। ਆਓ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਗੁਰੂ ਕਲਗੀਧਰ ਪਿਤਾ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੇ ਨਾਲ ਸਾਂਝ ਪਾ ਲਈਏ ਜੀ। ਦੋਵੇਂ ਹੱਥ ਜੋੜ ਕੇ ਪਿਆਰ ਅਤੇ ਸਤਿਕਾਰ ਦੇ ਨਾਲ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਅਸੀਂ ਸਭ ਜਾਣਦੇ ਹੀ ਹਾਂ ਕਿ ਅਸੀਂ ਪਿਛਲੇ ਕੁਝ ਦਿਨਾਂ ਤੋਂ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਸਦਕਾ ਆਰੰਭ ਕੀਤੀ ਸੀ ਤੇ ਉਸ ਦੇ ਵਿੱਚੋਂ ਜੋ ਨਾਨਕ ਪ੍ਰਕਾਸ਼ ਹੈ ਉਸ ਕਥਾ ਦੀ ਅਸੀਂ ਵਿਚਾਰ ਪਿਛਲੇ ਕੁਝ ਦਿਨਾਂ ਤੋਂ ਸਰਵਣ ਕਰਦੇ ਆ ਰਹੇ ਹਾਂ। ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ ਵਿਚਾਰ ਸਰਵਣ ਕੀਤੀ ਸੀ ਕਿ ਜਿਸ ਤਰ੍ਹਾਂ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਬਾਲਾ ਜੀ ਤੇ ਭਾਈ ਲਾਲਾ ਪੰਨੂ ਜੀ ਨੂੰ ਭਾਈ ਲਾਲੂ ਜੀ ਦੇ ਗ੍ਰਹਿ ਵਿਖੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਨਮ ਦੇ ਬਾਬਤ ਜੋ ਜਨਮ ਪੱਤਰੀ ਸੀ ਉਹ ਲੈਣ ਦੇ ਵਾਸਤੇ ਤਲਵੰਡੀ ਵਿਖੇ ਭੇਜਿਆ ਸੀ ਤੇ ਉੱਥੋਂ 5 ਦਿਨਾਂ ਤੋਂ ਬਾਅਦ ਪੱਤਰੀ ਪ੍ਰਾਪਤ ਕਰਨ ਤੋਂ ਉਪਰੰਤ ਭਾਈ ਬਾਲਾ ਜੀ ਤੇ ਲਾਲਾ ਪੰਨੂ ਜੀ ਮੁੜ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਵਿੱਚ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚਦੇ ਨੇ। ਜਦੋਂ ਉਸ ਅਸਥਾਨ ਦੇ ਉੱਤੇ ਪਹੁੰਚਦੇ ਨੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਤਖਤ ਦੇ ਉੱਤੇ ਵਿਰਾਜਮਾਨ ਨੇ, ਦੀਵਾਨ ਸਜੇ ਹੋਏ ਨੇ ਤੇ ਜਦੋਂ ਭਾਈ ਬਾਲਾ ਜੀ ਤੇ ਲਾਲਾ ਪੰਨੂ ਜੀ ਗੁਰੂ ਸਾਹਿਬ ਜੀ ਵੱਲੋਂ ਸੌਂਪਿਆ ਹੋਇਆ ਕਾਰਜ ਨੇਪਰੇ ਚਾੜ ਕੇ ਗੁਰੂ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਹਾਜ਼ਰ ਹੁੰਦੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਾਚਾ ਜੀ ਵੱਲੋਂ ਭੇਜੀ ਹੋਈ ਭੇਟਾ ਗੁਰੂ ਚਰਨਾਂ ਦੇ ਵਿੱਚ ਸੌਂਪਦਿਆਂ ਹੋਇਆਂ ਸਤਿਗੁਰੂ ਜੀ ਨੂੰ ਨਮਸਕਾਰ ਕਰਦੇ ਨੇ ਤੇ ਉਹ ਜਨਮ ਪੱਤਰੀ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਹੱਥ ਦੇ ਵਿੱਚ ਸੌਂਪਣੀ ਕਰਦੇ ਨੇ। ਉਸ ਜਨਮ ਪੱਤਰੀ ਨੂੰ ਪ੍ਰਾਪਤ ਕਰਕੇ ਜਿੱਥੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਭਾਈ ਬਾਲਾ ਜੀ ਤੇ ਭਾਈ ਲਾਲਾ ਪੰਨੂ ਜੀ ਦੇ ਉੱਤੇ ਪ੍ਰਸੰਨ ਹੁੰਦੇ ਨੇ, ਖੁਸ਼ੀ ਬਖਸ਼ਿਸ਼ ਕਰਦੇ ਨੇ, ਉੱਥੇ ਹੀ ਨਾਲ ਉਸ ਜਨਮ ਪੱਤਰੀ ਨੂੰ ਆਪਣੇ ਸੀਸ ਦੇ ਨਾਲ ਲਗਾਉਂਦੇ ਨੇ ਤੇ ਪਿਆਰ ਦੇ ਨਾਲ, ਮਨ ਦੇ ਵਿੱਚ ਪਿਆਰ ਸ਼ਰਧਾ ਭਾਵਨਾ ਦੇ ਨਾਲ ਬਾਂਧ ਦੇ ਵਿੱਚ ਉਹੀ ਜਨਮ ਪੱਤਰੀ ਨੂੰ ਆਪਣੀ ਛਾਤੀ ਦੇ ਨਾਲ, ਪ੍ਰੇਮ ਦੇ ਨਾਲ ਉਸ ਨੂੰ ਛਾਤੀ ਨਾਲ ਲਾ ਲੈਂਦੇ ਨੇ। ਉਸ ਤੋਂ ਬਾਅਦ ਜੋ ਅਗਲੇਰਾ ਇਤਿਹਾਸ ਹੈ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ ਤੇ ਕਿਸ ਤਰ੍ਹਾਂ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਉਸ ਜਨਮ ਪੱਤਰੀ ਦੇ ਦਰਸ਼ਨ ਕਰਦੇ ਨੇ ਜਾਂ ਉਸ ਜਨਮ ਪੱਤਰੀ ਦੇ ਬਾਬਤ ਹੋਰ ਕੀ ਵਿਚਾਰ ਗੁਰੂ ਸਾਹਿਬ ਜੀ ਅਤੇ ਗੁਰੂ ਸਾਹਿਬ ਜੀ ਦੇ ਪਿਆਰੇ ਸਿੱਖਾਂ ਵਿਚਕਾਰ ਹੁੰਦੀ ਹੈ, ਉਸ ਵਿਚਾਰ ਦੀ ਆਰੰਭਤਾ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਕਰਾਂਗੇ। ਆਓ ਵਿਚਾਰਾਂ ਨੂੰ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਂਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਯਾਦ ਕਰਦੇ ਹਾਂ, ਆਪਣੀ ਸੁਰਤ ਦੇ ਵਿੱਚ ਚੇਤੇ ਕਰਦੇ ਹਾਂ। ਆਪਣੀ ਰਸਨਾ ਤੋਂ ਉਚਾਰਨ ਕਰੋ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਦਰਸ਼ਨ ਤੁਮ ਕਰਵਾਇਓ ਗੁਰ ਕਾ, ਜਿਸ ਤੇ ਭ੍ਰਮ ਭਾਗਿਓ ਹੈ ਉਰ ਕਾ। ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਭਾਈ ਬਾਲਾ ਜੀ ਨੂੰ ਬਚਨ ਆਖਦੇ ਨੇ ਕਿ ਭਾਈ ਬਾਲਾ ਜੀ ਤੁਸੀਂ ਇਹ ਬਹੁਤ ਹੀ ਵੱਡੇ ਪਰਉਪਕਾਰ ਦਾ ਕਾਰਜ ਕੀਤਾ ਹੈ। ਇਹ ਜਨਮ ਪੱਤਰੀ ਲੈ ਕੇ ਆਏ ਹੋ, ਬਹੁਤ ਹੀ ਵੱਡਾ ਪਰਉਪਕਾਰ ਵਾਲਾ ਕਾਰਜ ਤੁਸੀਂ ਨੇਪਰੇ ਚਾੜਿਆ ਹੈ। ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਜਨਮ ਪੱਤਰੀ ਦੇ ਰਾਹੀਂ ਤੁਸੀਂ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਵਾ ਦਿੱਤੇ ਨੇ, ਜਿਸ ਦੇ ਭ੍ਰਮ ਭਾਗਿਓ ਹੈ ਉਰ ਕਾ।
ਉਰਕਾ ਕਹਿੰਦੇ ਨੇ ਮਨ ਨੂੰ, ਹਿਰਦੇ ਨੂੰ, ਜਿਸ ਦੇ ਨਾਲ ਸਾਡੇ ਮਨ ਦੇ ਜਿਹੜੇ ਭਰਮ ਸਨ, ਭਰਮ ਭੁਲੇਖੇ ਸਨ, ਉਹ ਸਾਰੇ ਦੇ ਸਾਰੇ ਹੀ ਦੂਰ ਹੋ ਗਏ। ਸਹਿਸ ਕ੍ਰਿਤ ਅਛਰ ਜਬ ਚੀਨੇ, ਤਬ ਅੰਗਦ ਜੀ ਬਚਨ ਸੋ ਕੀਨੇ। ਜਦੋਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਉਹ ਜਨਮ ਪੱਤਰੀ ਨੂੰ ਖੋਲ ਕੇ ਦੇਖਿਆ ਤਾਂ ਕੀ ਦੇਖਦੇ ਨੇ ਕਿ ਉਹ ਜਨਮ ਪੱਤਰੀ ਸੰਸਕ੍ਰਿਤ ਦੀ ਭਾਸ਼ਾ ਦੇ ਵਿੱਚ ਦੇਵਗੰਧਾਰੀ ਭਾਸ਼ਾ ਦੇ ਵਿੱਚ ਜਿਹੜੀ ਹੈ ਉਹ ਲਿਖੀ ਹੋਈ ਹੈ। ਉਸ ਦੇ ਵਿੱਚ ਜਿਹੜੇ ਅੱਖਰ ਨੇ ਉਹ ਸੰਸਕ੍ਰਿਤ ਭਾਸ਼ਾ ਦੇ ਲਿਖੇ ਹੋਏ ਨੇ। ਤਬ ਅੰਗਦ ਜੀ ਬਚਨ ਸੋ ਕੀਨੇ, ਤਾਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਰਚਨਾ ਤੋਂ ਇਹ ਬਚਨ ਕੀਤੇ। ਇਨ ਅਚਰਨ ਕੋ ਜੋ ਜਾਣੈ, ਸੋ ਜਾ ਕੋ ਪੜ ਅਰਥ ਬਖਾਨੈ। ਕਿ ਇਹਨਾਂ ਅੱਖਰਾਂ ਨੂੰ ਜਿਹੜਾ ਜਾਣਦਾ ਹੈ ਉਹੀ ਇਹਨਾਂ ਅੱਖਰਾਂ ਨੂੰ ਪੜ੍ਹ ਕੇ ਬਿਆਨ ਕਰਕੇ ਦੱਸ ਸਕਦਾ ਹੈ ਕਿ ਇਸ ਦੇ ਕੀ ਅਰਥ ਬਣਦੇ ਨੇ। ਸੰਸਕ੍ਰਿਤ ਦੇ ਵਿੱਚ ਉਹ ਜਨਮ ਪੱਤਰੀ ਦੇਖੀ ਤੇ ਜਨਮ ਪੱਤਰੀ ਦੇਖਣ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਆਪਣੀ ਰਚਨਾ ਤੋਂ ਬਚਨ ਆਖਦੇ ਨੇ ਕਿ ਜਿਹੜਾ ਇਸ ਭਾਸ਼ਾ ਦਾ ਗਿਆਤਾ ਹੈ, ਜਿਹੜਾ ਇਸ ਭਾਸ਼ਾ ਨੂੰ ਪੜ੍ਹਨੀ ਜਾਣਦਾ ਹੈ, ਜਿਸ ਨੂੰ ਇਸ ਭਾਸ਼ਾ ਦਾ ਗਿਆਨ ਹੈ, ਉਹੀ ਇਸ ਭਾਸ਼ਾ ਨੂੰ ਪੜ੍ਹ ਕੇ, ਇਹਨਾਂ ਅੱਖਰਾਂ ਨੂੰ ਪੜ੍ਹ ਕੇ ਸਾਨੂੰ ਦੱਸ ਸਕਦਾ ਹੈ ਕਿ ਇਸ ਅੱਖਰਾਂ ਦੇ ਕੀ ਅਰਥ ਬਣਦੇ ਨੇ। ਗੁਰਮੁਖੀ ਚਾਹੇ ਕਰਵਾਈ, ਪੜ੍ਹੇ ਸੁਣੇ ਸਿੱਖ ਗੁਰਮਤਿ ਪਾਈ। ਵੀ ਇਸ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖੀ ਹੋਈ ਜਨਮ ਪੱਤਰੀ ਦਾ ਉਤਾਰਾ ਗੁਰਮੁਖੀ ਭਾਸ਼ਾ ਦੇ ਵਿੱਚ ਵੀ ਕਰਾਉਣਾ ਚਾਹੀਦਾ ਹੈ। ਗੁਰਮੁਖੀ ਲਿਪੀ ਦੇ ਵਿੱਚ ਵੀ ਇਸ ਦਾ ਉਤਾਰਾ ਕਰਵਾਇਆ ਜਾਵੇ ਤਾਂ ਕਿ ਸਾਰੀ ਸਿੱਖ ਸੰਗਤ ਇਸ ਨੂੰ ਆਸਾਨੀ ਦੇ ਨਾਲ ਪੜ੍ਹ ਸਕੇ। ਅਸੀਂ ਆਮ ਤੌਰ ਦੇ ਉੱਤੇ ਜਦੋਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦਾ ਇਤਿਹਾਸ ਪੜ੍ਹਨ ਦਾ ਯਤਨ ਕਰਦੇ ਆ ਨਾ, ਤਾਂ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਹੀ ਗੁਰਮੁਖੀ ਲਿਪੀ ਦਾ ਵੱਧ ਪ੍ਰਚਾਰ ਪ੍ਰਸਾਰ ਹੋਇਆ। ਹਾਲਾਂਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਦਰਸ਼ਨ ਕਰਾਂਗੇ ਤਾਂ ਸਾਨੂੰ ਉਸ ਦੇ ਵਿੱਚ ਭਗਤ ਸ਼ੇਖਪ੍ਰੀਤ ਜੀ ਦੀ ਵੀ ਬਾਣੀ ਸਾਨੂੰ ਪੜ੍ਹਨ ਨੂੰ ਮਿਲਦੀ ਹੈ। ਭਗਤ ਸ਼ੇਖਪ੍ਰੀਤ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੋਂ 100 ਸਾਲ ਪਹਿਲਾਂ ਉਹਨਾਂ ਦਾ ਇਸ ਧਰਤੀ ਦੇ ਉੱਤੇ ਜਨਮ ਹੁੰਦਾ ਹੈ ਤੇ ਬਾਬਾ ਸ਼ੇਖਪ੍ਰੀਤ ਜੀ ਨੇ ਵੀ ਆਪਣੀ ਬਾਣੀ ਦੇ ਵਿੱਚ ਠੇਠ ਪੰਜਾਬੀ ਦੀ ਜਿਹੜੀ ਹੈ ਉਹ ਵਰਤੋਂ ਕੀਤੀ ਹੈ। ਇਸ ਦਾ ਪ੍ਰਚਾਰ ਪ੍ਰਸਾਰ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਜ਼ਿਆਦਾ ਹੁੰਦਾ ਹੈ। ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸਮੇਂ ਗੁਰਤਾ ਕਾਲ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਜਿਹੜੀ ਪਾਵਨ ਬਾਣੀ ਸੀ ਉਸ ਦੀਆਂ ਪੋਥੀਆਂ ਤਿਆਰ ਕਰਵਾ ਕੇ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੈਵਾ ਸੰਗਤ ਸੀ ਉਹਨਾਂ ਥਾਵਾਂ ਦੇ ਉੱਤੇ ਉਹ ਪੋਥੀਆਂ ਪੋਥੀਆਂ ਕੀਤੀਆਂ। ਤੇ ਇਸ ਤਰ੍ਹਾਂ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਹੀ ਬਚਨ ਆਖਦੇ ਨੇ ਕਿ ਇਹ ਜਿਹੜੀ ਜਨਮ ਪੱਤਰੀ ਹੈ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖੀ ਹੋਈ ਹੈ, ਇਸ ਦਾ ਉਤਾਰਾ ਗੁਰਮੁਖੀ ਲਿਪੀ ਦੇ ਵਿੱਚ ਵੀ ਹੋਣਾ ਚਾਹੀਦਾ ਹੈ ਤਾਂ ਜੋ ਸਾਰੀ ਸਿੱਖ ਸੰਗਤ ਇਸ ਨੂੰ ਪੜ੍ਹ ਸਕੇ, ਇਸ ਨੂੰ ਜਾਣ ਸਕੇ ਤੇ ਪੜ੍ਹਨ ਦੇ ਵਿੱਚ ਸੋਖ ਮਹਿਸੂਸ ਹੋ ਸਕੇ। ਸੋਰਠਾ ਸਤਿਗੁਰ ਕਿਰਪਾ ਨਿਦਾਨ, ਸ੍ਰੀ ਨਾਨਕ ਜਗ ਬਿਦਤ ਜਬ, ਸੰਗਤ ਕੀਨ ਮਹਾਨ, ਜਾਨੀ ਵਿਦਿਆ ਪਰਣ ਤਬ। ਗੁਰੂ ਸਾਹਿਬ ਜੀ ਆਖਦੇ ਨੇ ਕਿ ਜਦੋਂ ਸਤਿਗੁਰੂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਿਰਪਾ ਨਿਧਾਨ ਕਿਰਪਾਲੂ ਪ੍ਰਭੂ ਇਸ ਜਗਤ ਦੇ ਵਿੱਚ ਪ੍ਰਸਿੱਧ ਸਨ, ਸੰਗਤ ਕੀਨ ਮਹਾਨ, ਜਾਨੀ ਵਿਦਿਆ ਪਰਣ ਤਬ, ਤਾਂ ਉਹਨਾਂ ਨੇ ਵੀ ਜਿਹੜੀ ਆਪਣੀ ਬੋਲੀ ਹੈ, ਬੋਲੀ ਦੇ ਵਿੱਚ ਆਪਣੀ ਭਾਸ਼ਾ ਦੇ ਵਿੱਚ ਵਿਦਿਆ ਪ੍ਰਾਪਤ ਕਰਨ ਨੂੰ ਹੀ ਮਹਾਨ ਸਮਝਿਆ। ਹੋਰ ਤੇ ਹੋਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਬਾਣੀ ਜਿਹੜੀ ਉਚਾਰਨ ਕੀਤੀ ਹੈ ਉਹ ਵੀ ਗੁਰਮੁਖੀ ਲਿਪੀ ਦੇ ਵਿੱਚ ਹੀ ਉਚਾਰਨ ਕੀਤੀ ਤਾਂ ਜੋ ਸਿੱਖ ਸੰਗਤਾਂ ਆਸਾਨੀ ਦੇ ਨਾਲ ਪੜ੍ਹ ਸਕਣ ਤੇ ਉਹਨਾਂ ਨੂੰ ਸੌਖੇ ਤਰੀਕੇ ਦੇ ਨਾਲ ਇਹ ਬਾਣੀ ਜਿਹੜੀ ਹੈ ਸਮਝ ਆ ਸਕੇ। ਦੋਹਰਾ ਮਹਿਮਾ ਖਹਿਰਾ ਜੱਟ ਇੱਕ, ਕਹਿ ਸ੍ਰੀ ਅੰਗਦ ਪਾਸ, ਪੈੜਾ ਮੋਖਾ ਖੱਤਰੀ, ਸੁਲਤਾਨ ਹੈ ਪੁਰੇ ਬਾਸ। ਇੰਨੇ ਨੂੰ ਸੰਗਤ ਦੇ ਵਿੱਚੋਂ ਇੱਕ ਮਹਿਮਾ ਖਹਿਰਾ ਨਾਮ ਦਾ ਇੱਕ ਜੱਟ ਸਿੱਖ ਖੜਾ ਹੁੰਦਾ ਹੈ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੋ ਸੇਵਾ ਕਰਦਾ ਹੈ, ਗੁਰੂ ਅੰਗਦ ਸਾਹਿਬ ਜੀ ਮਹਾਰਾਜ ਪਾਸ ਹੀ ਰਹਿੰਦਾ ਹੈ ਤੇ ਉਹ ਗੁਰੂ ਜੀ ਨੂੰ ਆਖਦਾ ਹੈ
कि एक पैड़ा मुखा खतरी सुल्तानपुर वास, कि पैड़ा मुखा नाम का एक खतरी जात का जिहड़ा सिख है जिसने गुरु नानक साहब जी महाराज जी के वेले की सिੱਖੀ धारण की है, वो सुल्तानपुर की धरती के उत्ते रहता है। जदों असीं अपने सिख इतिहास नूं पढ़न का यतन करांगे ना, तो सिख इतिहास दे विच 3 भाई पैड़ा नाम के सिख होए ने। पहले सिख धन गुरु नानक साहब जी महाराज जी के वेले, जिन्हां दा जिक्र असीं इस इतिहास के राही श्रवण कर रहे हैं। कुछ के इतिहासकार यह भी लिखते हैं कि जिहड़ी सब तो पहला जन्म साखी लिखी गई उसके लेखक उसके रचनहार भी ये भाई पैड़ा मुखा जी ने। दूजे भाई पैड़ा जी होए ने गुरु अर्जन साहब जी महाराज जी के वेले, जिन्हां ने अनेकां ही कारज गुरु साहब जी की शरण दे विच रहिंदिआं कीते सन। जदों धन गुरु अर्जन साहब जी महाराज जी ने श्री आदि ग्रंथ साहब जी की रचना आरंभ की ना, उस समय के जिहड़े भाई पैड़ा जी सन गुरु अर्जन साहब जी के वेले वाले 2 नंबर वाले भाई पैड़ा जी, ये भाई पैड़ा जी गुरु अर्जन साहब जी महाराज जी के संगत दे विच ही प्यारे सिख सन। जदों गुरु साहब जी ने श्री आदि ग्रंथ साहब जी महाराज जी की रचना आरंभ की ना, तां उस समय कुछ कुछ विद्वान जिहड़े उस समय सन जां संगत दे विच ਇਹ प्रचार सी कि जदों धन गुरु नानक साहब जी महाराज श्रीलंका गए सन, सिंगलादीप गए सन, तां उत्थे दे राजे नूं कुछ बाणी गुरु साहब जी ने लिख के दित्ती सी। तां जदों गुरु अर्जन साहब जी महाराज जी ने इस बाबत पता लगा, तां धन गुरु अर्जन साहब जी महाराज जी ने उस समय भाई पैड़ा जी नूं सिंगलादीप की धरती के उत्ते भेजिया, जिसका अज श्रीलंका नाम है, कि जाके उस पोथी नूं उस बाणी नूं इकट्ठिया करके साडे पास लैके आओ। जदों गुरु अर्जन साहब जी महाराज जी के कहण दे उत्ते ओह भाई पैड़ा जी उत्थे गए, उत्थों ओह जिहड़ी बाणी सी जां जिहड़ी रचना सी ओह लैके गुरु साहब जी की शरण दे विच आए, तां गुरु अर्जन साहब जी महाराज जी ने देखा भी ये जो विचार है, जो ये शब्द है, ये धन गुरु नानक साहब जी महाराज जी की विचारधारा दे नाल मेल नहीं खांदा, ते फिर वो शब्द गुरु ग्रंथ साहब जी महाराज जी दे विच दर्ज नहीं किया गया। जदों उस समय आदि ग्रंथ साहब जी की रचना हो रही है, बीड़ की जिहड़ी तैयारी हो रही है, स्वरूप की तैयारी हो रही है, नाल ही कुछ होर लेखक भी उसका उतारा कर रहे हैं, क्योंकि एक बार जदों उस गुरु ग्रंथ साहब महाराज जी की उदों उस समय संपूर्णता हो जानी सी, तां दोबारा तो उसका उतारा नहीं किया जा सकता सी, क्योंकि प्रकाश होना सी ते संगत ने हाजरी भरनी सी। ते इस दे नाल ही नाल दी नाल उस गुरु ग्रंथ साहब जी महाराज जी के पावन स्वरूप तो ही उतारा किया जा रहा सी। कुल 11-12 कवि होर उत्थे बैठे बाणी का उतारा करे सन, जिन्हां दे विचों भाई बन्नो भी शामिल सन। आम तौर के उत्ते इतिहास दे विच असीं भाई बन्नो वाली बीड़ का भी जिक्र पढ़ते हाँ, जिसनूं खारे वाली बीड़ भी कहा जाता। ते भाई बन्नो जी ने जिस शब्द नूं गुरु अर्जन साहब जी महाराज जी ने जिहड़ा सिंगलादीप तो भाई पैड़ा जी लैके आए सी, उसनूं गुरु ग्रंथ साहब महाराज विच दर्ज करन तो मना कर दिता सी ना, ਉਹੀ शब्द भाई बन्नो जी ने अपनी बीड़ दे विच दर्ज कर लिया सी। होर अनेकां शब्द भाई बन्नो जी ने गुरु ग्रंथ साहब जी तो बाहरे होर शब्द उस भाई बन्नो वाली बीड़ दे विच दर्ज कीते ने, जिस करके उस बीड़ नूं खारे वाली बीड़ भी कहा जाता। दूजे भाई पैड़ा जी का जिक्र आप जी ने गुरु अर्जन साहब जी के वेले का सरवण किया, ते तीजे भाई पैड़ा जी होए ने गुरु हरगोबिंद साहब जी के वेले। जदों जहांगीर ने धन गुरु हरगोबिंद साहब जी महाराज जी नूं सदा भेजिया, दिल्ली विखे बुलाया, तां जिहड़े गुरु हरगोबिंद साहब जी दे नाल प्यारे सिख गए सन, उन्हां दे विचों एक भाई पैड़ा जी भी नाल उन्हां दे गए हुए सन। ते जदों वो भाई पैड़ा जी उन्हां दे नाल गए सन, जहांगीर ने गुरु हरगोबिंद साहब जी नूं ग्वालियर दे किले दे विच कैद करन दा हुक्म दे दिता सी ना, तां उस समय गुरु हरगोबिंद साहब जी महाराज जी दे नाल 5 सिख होर कैद कीते सन, जिन्हां दे विच भाई पैड़ा जी भी शामिल सन। ते फिर जदों गुरु हरगोबिंद साहब जी के समय सब तो पहली जंग हुंदी बाज दे कारण, तां उस जंग दे विच भी उस समय जिहड़े गुरु हरगोबिंद साहब जी के समय भाई पैड़ा जी सन, उन्होंने उस जंग दे विच भी बड़े बहादरी ते जोर दिखाए, ते उस जंग दे विच भी उन्हां दा योगदान है। उस समय वो भाई पैड़ा जी का अंतिम समय का कोई भी सानूं होर जिक्र नहीं मिलता। इतिहास दे विच इन्हां 3 भाई पैड़ा नाम के सिखां का जिक्र आउंदा है। इत्थे महिमा खैरा जट जो गुरु अंगद साहब जी महाराज जी का सिख है,
ਉਹ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਆਖਦਾ ਹੈ ਕਿ ਇੱਕ ਪੈੜਾ ਮੁਖਾ ਨਾਮ ਦਾ ਜਿਹੜਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਸਿੱਖ ਹੈ, ਉਹ ਸੁਲਤਾਨਪੁਰ ਦੀ ਧਰਤੀ ਤੇ ਉਸ ਦਾ ਵਾਸਾ ਹੈ, ਉਹ ਸੁਲਤਾਨਪੁਰ ਦੀ ਧਰਤੀ ਦਾ ਰਹਿਣ ਵਾਲਾ ਹੈ। ਚੌਪਈ ਅਸਰ ਜਾਣਤ ਹੈ ਵਹਿ ਦੋ, ਪੜ ਲਿਖ ਹੈ ਬੁਲਵਾਈਐ ਸੋ। ਤੇ ਉਹ ਸ਼ਾਸਤਰੀ ਭਾਵ ਸੰਸਕ੍ਰਿਤੀ ਵੀ ਜਾਣਦੇ ਨੇ ਤੇ ਉਹ ਗੁਰਮੁਖੀ ਵੀ ਜਾਣਦੇ ਨੇ, ਭਾਵ ਉਹਨਾਂ ਨੂੰ ਦੋਵਾਂ ਭਾਸ਼ਾਵਾਂ ਦਾ ਗਿਆਨ ਹੈ। ਉਹ ਪੜ੍ਹ ਵੀ ਲਵੇਗਾ, ਉਹ ਲਿਖ ਵੀ ਲਵੇਗਾ, ਇਸ ਲਈ ਉਸ ਨੂੰ ਬੁਲਾ ਲਿਆ ਜਾਵੇ। ਸ੍ਰੀ ਅੰਗਦ ਕਹਿ ਤੁਮ ਹੀ ਜਾਵੋ, ਕਰ ਸਤਕਾਰ ਤੁਰਤ ਲੈ ਆਵੋ। ਤੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਨਾ ਭਾਈ ਮਹਿਮਾ ਜੀ ਨੂੰ ਆਖਿਆ, ਭਾਈ ਮਹਿਮਾ ਜੀ ਨੂੰ ਵਚਨ ਕੀਤੇ ਕਿ ਜਿਸ ਪਿਆਰੇ ਸਿੱਖ ਦਾ ਤੁਸੀਂ ਜ਼ਿਕਰ ਕਰਦੇ ਹੋ ਪੈੜਾ ਮੁਖਾ ਜੀ ਦਾ, ਤੁਸੀਂ ਉਹਨਾਂ ਨੂੰ ਬੁਲਾ ਕੇ ਲੈ ਕੇ ਆਵੋ, ਤੁਸੀਂ ਹੀ ਜਾ ਕੇ ਉਹਨਾਂ ਨੂੰ ਲੈ ਕੇ ਆਵੋ, ਪੂਰੇ ਸਤਿਕਾਰ ਦੇ ਨਾਲ, ਪੂਰੇ ਅਦਬ ਦੇ ਨਾਲ ਉਹਨਾਂ ਨੂੰ ਇੱਥੇ ਬੁਲਾਇਆ ਜਾਵੇ। ਮਹਿਮਾ ਪਹੁੰਚਿਓ ਤਾਹੇ ਅਵਾਸਾ, ਆਨਿਓ ਜਸ ਪਦ ਸਤਿਗੁਰ ਪਾਸਾ। ਭਾਈ ਮਹਿਮਾ ਜੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦਾ ਹੁਕਮ ਪ੍ਰਾਪਤ ਕਰਕੇ ਨਾ, ਹੁਕਮ ਨੂੰ ਸਿਰ ਮੱਥੇ ਮੰਨਦੇ ਆ, ਖਡੂਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਸੁਲਤਾਨਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚਦੇ ਨੇ ਤੇ ਉੱਥੇ ਜਾ ਕੇ ਇਸ ਪੈੜਾ ਮੁਖਾ ਨਾਮ ਦੇ ਜਿਹੜੇ ਸਿੱਖ ਨੂੰ ਪਿਆਰੇ ਨੂੰ ਮਿਲਦੇ ਨੇ ਤੇ ਆਖਦੇ ਨੇ ਆਨਿਓ ਜਸ ਪਦ ਸਤਿਗੁਰੂ ਪਾਸਾ, ਕਿ ਤੁਹਾਨੂੰ ਛੇਤੀ ਹੀ ਗੁਰੂ ਸਾਹਿਬ ਜੀ ਨੇ ਬੁਲਾਇਆ ਹੈ, ਤੁਸੀਂ ਛੇਤੀ ਹੀ ਗੁਰੂ ਸਾਹਿਬ ਜੀ ਦੇ ਪਾਸ ਪਹੁੰਚੋ। ਪਰਿਓ ਚਰਨ ਗੁਰ ਆਗਿਆ ਦੀਨੀ, ਪੜੋ ਪੱਤਰ ਕਾ ਸੁਖ ਪ੍ਰਦ ਚੀਨੀ। ਉਹ ਵੀ ਫਿਰ ਛੇਤੀ ਦਾ ਨਾ ਆ ਕੇ ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਦੇ ਵਿੱਚ ਆ ਕੇ ਢਹਿ ਪੈਂਦੇ ਨੇ ਭਾਈ ਪੈੜਾ ਮੁਖਾ ਜੀ। ਭਾਈ ਮਹਿਮਾ ਜੀ ਦੇ ਨਾਲ ਨਾ ਉਹ ਆਉਂਦੇ ਨੇ ਤੇ ਆ ਕੇ ਗੁਰੂ ਅੰਗਦ ਸਾਹਿਬ ਜੀ ਦੀ ਮਹਾਰਾਜ ਜੀ ਦੇ ਸ਼ਰਨ ਦੇ ਵਿੱਚ ਆ ਕੇ ਸਤਿਕਾਰ ਦੇ ਨਾਲ ਨਮਸਕਾਰ ਕਰਦੇ ਨੇ ਤੇ ਗੁਰੂ ਜੀ ਨੇ ਉਹਨਾਂ ਨੂੰ ਸੁੱਖ ਦੇਣ ਵਾਲੀ ਜਨਮ ਪੱਤਰੀ ਪੜ੍ਹਨ ਦਾ ਜਿਹੜਾ ਹੈ ਉਹ ਉਦੇਸ਼ ਦਿੱਤਾ। ਪੜ੍ਹਿਓ ਪੱਤਰ ਕਾ ਸੁਖ ਪ੍ਰਦ ਚੀਨੀ, ਕਿ ਜਿਸ ਨੂੰ ਪੜ੍ਹਨ ਦੇ ਨਾਲ ਸੁੱਖਾਂ ਦੀ ਦਾਤ ਪ੍ਰਾਪਤ ਹੋਵੇਗੀ ਨਾ, ਉਹ ਜਨਮ ਪੱਤਰੀ ਪੜ੍ਹਨੀ ਕਰੋ। ਚੌਪਈ ਕਰ ਮੈਂ ਲਹਿ ਪੱਤਰ ਕਾ ਬਾਚੀ, ਜਨ ਬਾਨੀ ਰਸਨਾ ਪਰਨਾਚੀ। ਜਦੋਂ ਉਸ ਪਿਆਰੇ ਸਿੱਖ ਨੇ ਨਾ ਭਾਈ ਪੈੜਾ ਮੁਖਾ ਜੀ ਨੇ ਉਹ ਜਨਮ ਪੱਤਰੀ ਆਪਣੇ ਹੱਥਾਂ ਦੇ ਵਿੱਚ, ਕਰ ਦਾ ਭਾਵ ਹੁੰਦਾ ਹੈ ਹੱਥ, ਆਪਣੇ ਹੱਥਾਂ ਦੇ ਵਿੱਚ ਜਦੋਂ ਜਨਮ ਪੱਤਰੀ ਫੜੀ ਤਾਂ ਜਦੋਂ ਉਹਨਾਂ ਨੇ ਉਹ ਪੱਤਰੀ ਪੜ੍ਹਨੀ ਸ਼ੁਰੂ ਕੀਤੀ ਤਾਂ ਆਮ ਤੌਰ ਦੇ ਉੱਤੇ ਅਸੀਂ ਜਦੋਂ ਅੱਜ ਵੀ ਸਮੇਂ ਦੀ ਗੱਲ ਕਰੀਏ ਨਾ, ਜੇਕਰ ਕੋਈ ਵਧੀਆ ਸੰਗੀਤਕਾਰ ਹੈ ਜਾਂ ਜਿਸ ਦੀ ਆਵਾਜ਼ ਦੇ ਵਿੱਚ ਮਿਠਾਸ ਹੈ, ਉਹ ਕੁਝ ਵੀ ਗੁਣਗਾਨ ਕਰਦਾ ਤਾਂ ਆਮ ਤੌਰ ਦੇ ਉੱਤੇ ਲੋਕ ਇਹ ਕਹਿ ਦਿੰਦੇ ਨੇ ਕਿ ਇਸ ਦੀ ਜ਼ੁਬਾਨ ਦੇ ਉੱਤੇ ਸਰਸਵਤੀ ਆ, ਇਸ ਦੀ ਜ਼ੁਬਾਨ ਉੱਤੇ ਸਰਸਵਤੀ ਦਾ ਵਾਸਾ ਹੈ। ਤਾਂ ਇੱਥੇ ਉਸੇ ਕਹਾਵਤ ਨੂੰ ਇੱਥੇ ਕਵੀ ਸਾਹਿਬ ਜੀ ਨੇ ਆਪਣੀ ਕਲਮ ਦੇ ਨਾਲ ਕਲਮਬੰਦ ਕੀਤਾ ਹੈ ਕਿ ਜਦੋਂ ਉਹਨਾਂ ਨੇ ਆਪਣੀ ਰਸਨਾ ਤੋਂ ਉਹ ਪੱਤਰੀ ਪੜ੍ਹਨੀ ਸ਼ੁਰੂ ਕੀਤੀ, ਪੱਤਰੀ ਪੜ੍ਹ ਕੇ ਗੁਰੂ ਸਾਹਿਬ ਜੀ ਨੂੰ ਸੁਣਾਉਣਾ ਕੀਤੀ, ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਉਹਨਾਂ ਦੀ ਜ਼ੁਬਾਨ ਦੇ ਉੱਤੇ ਸਰਸਵਤੀ ਦਾ ਵਾਸਾ ਹੋ ਗਿਆ। ਭਾਵ ਬਹੁਤ ਸ਼ਰਧਾ ਭਾਵਨਾ ਦੇ ਨਾਲ ਆਪਣੀ ਮਿੱਠੀ ਆਵਾਜ਼ ਦੇ ਨਾਲ ਉਹ ਪੱਤਰੀ ਪੜ੍ਹਨੀ ਸ਼ੁਰੂ ਕਰ ਦਿੱਤੀ। ਸੁਣ ਕਰ ਖੁਸ਼ੀ ਕਰੀ ਤਹਿ ਸਿੱਖ ਪਰ, ਗੁਰਮੁਖੀ ਲਿਖੀਏ ਇਹ ਅੱਖਰ। ਜਦੋਂ ਗੁਰੂ ਸਾਹਿਬ ਜੀ ਨੇ ਉਹ ਜਨਮ ਪੱਤਰੀ ਉਸ ਪਿਆਰੇ ਸਿੱਖ ਤੋਂ ਪੜ੍ਹਦੇ ਨੂੰ ਦੇਖਿਆ, ਉਸ ਦੀ ਸ਼ਰਧਾ ਭਾਵਨਾ ਦੇਖੀ ਕਿ ਕਿਸ ਤਰ੍ਹਾਂ ਟਿਕਾ ਦੇ ਨਾਲ ਜਨਮ ਪੱਤਰੀ ਪੜ੍ਹ ਰਿਹਾ, ਤਾਂ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਉਸ ਪਿਆਰੇ ਸਿੱਖ ਦੇ ਉੱਤੇ ਬਹੁਤ ਖੁਸ਼ ਹੁੰਦੇ ਨੇ, ਬਹੁਤ ਪ੍ਰਸੰਨ ਹੁੰਦੇ ਨੇ, ਬਹੁਤ ਪਿਆਰ ਵਰਸਾਉਂਦੇ ਨੇ ਤੇ ਫਿਰ ਅੱਗੇ ਉਹਨਾਂ ਨੂੰ ਬਚਨ ਆਖਦੇ ਨੇ ਗੁਰਮੁਖੀ ਲਿਖੀਏ ਇਹ ਅੱਖਰ। ਜਿਹੜੀ ਜਨਮ ਪੱਤਰੀ ਤੁਸੀਂ ਇਹ ਸੰਸਕ੍ਰਿਤੀ ਦੇਵਗੰਧਾਰੀ ਭਾਸ਼ਾ ਦੇ ਵਿੱਚ ਪੜ੍ਹ ਰਹੇ ਹੋ, ਇਸ ਦਾ ਉਤਾਰਾ ਇੱਕ ਗੁਰਮੁਖੀ ਦੇ ਵਿੱਚ ਵੀ ਕੀਤਾ ਜਾਵੇ, ਇਸ ਦਾ ਉਤਾਰਾ ਗੁਰਮੁਖੀ ਲਿਪੀ ਦੇ ਵਿੱਚ ਵੀ ਕੀਤਾ ਜਾਵੇ। ਕਹਿ ਕਰ ਕਾਗਰ ਲੀਨ ਮੰਗਾਈ, ਸ੍ਰੀ ਅੰਗਦ ਸਭ ਹੀ ਲਿਖਵਾਈ। ਇਹ ਕਹਿ ਕੇ ਨਾ ਫਿਰ ਇਹ ਬਚਨ ਆ ਕੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਵੀ ਗੁਰਮੁਖੀ ਦੇ ਵਿੱਚ ਉਤਾਰਾ ਕੀਤਾ ਜਾਵੇ। ਤਾਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਜੋ ਉਤਾਰੇ ਦੇ ਵਾਸਤੇ, ਜੋ ਲਿਖਣ ਦੇ ਵਾਸਤੇ ਜਿਹੜੀਆਂ ਵੀ ਵਸਤੂਆਂ ਦੀ ਲੋੜ ਸੀ ਉਹ ਵਸਤੂਆਂ ਮੁਹੱਈਆ ਕਰਾਈਆਂ। ਕਲਮ, ਦਵਾਤ, ਕਾਗਜ਼, ਸਾਰਾ ਕੁਝ ਗੁਰੂ ਸਾਹਿਬ ਜੀ ਨੇ ਉਸ ਦਾ ਪ੍ਰਬੰਧ ਕੀਤਾ। ਸ੍ਰੀ ਅੰਗਦ ਸਭ ਹੀ ਲਿਖਵਾਈ। ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਸਾਰੀ ਦੀ ਸਾਰੀ ਉਹ ਜਿਹੜੀ ਜਨਮ ਪੱਤਰੀ ਸੀ ਉਹ ਗੁਰਮੁਖੀ ਦੇ ਵਿੱਚ ਲਿਖਵਾਈ।
ਆਸਨ ਡਾਰ ਸੀਨੇ ਦਿਆਲਾ, ਆਨ ਸੁਣੇ ਤੈ ਸਿੱਖ ਵਿਸਾਲਾ। ਜਦੋਂ ਆਸਨ ਡਾ ਕੇ ਤਖਤ ਦੇ ਉੱਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਵਿਰਾਜਮਾਨ ਨੇ ਨਾ, ਤਾਂ ਜਦੋਂ ਉਸ ਪੱਤਰੀ ਦੀ ਵਿਚਾਰ ਹੋਣ ਲੱਗੀ, ਕਿਉਂਕਿ ਸੰਸਕ੍ਰਿਤ ਭਾਸ਼ਾ ਦੇ ਵਿੱਚ ਸੀ, ਦੇਵਗੰਧਾਰੀ ਭਾਸ਼ਾ ਦੇ ਵਿੱਚ ਸੀ, ਆਮ ਲੋਕ ਉਸ ਭਾਸ਼ਾ ਤੋਂ ਜਾਣੂ ਨਹੀਂ ਸਨ। ਜਦੋਂ ਭਾਈ ਪੈੜਾ ਮੁਖਾ ਜੀ ਉਸ ਦਾ ਵਿਚਾਰ ਕਰਦੇ ਨੇ, ਉਸ ਦਾ ਕਥਨ ਕਰਦੇ ਨੇ, ਗੁਰਮੁਖੀ ਦੇ ਵਿੱਚ ਉਸ ਦੀ ਵਿਚਾਰ ਕਰਦੇ ਨੇ, ਤਾਂ ਅਨੇਕਾਂ ਸੰਗਤ ਦੇ ਵਿੱਚ ਜਿਹੜੇ ਸਿੱਖ ਸਨ, ਆਣ ਸੁਣੇ ਤਹ ਸਿੱਖ ਵਿਸਾਲਾ। ਵਿਸਾਲਾ ਦਾ ਭਾਵ ਵੱਡੀ ਗਿਣਤੀ ਦੇ ਵਿੱਚ, ਵੱਡੀ ਗਿਣਤੀ ਦੇ ਵਿੱਚ ਸਿੱਖ ਆ ਕੇ ਉੱਥੇ ਫਿਰ ਉਹ ਕਥਾ ਜਿਹੜੀ ਸੀ ਉਹ ਸੁਣਨਾ ਕਰਦੇ ਨੇ। ਇੱਕ ਬੁੱਢਾ ਜੋ ਹੈ ਤਤਵੇਤਾ, ਮੋਹ ਆਦ ਜੋਦਾ ਅਤ ਜੇਤਾ। ਤੇ ਉਹਨਾਂ ਸਿੱਖ ਸੰਗਤਾਂ ਦੇ ਵਿੱਚ ਇੱਥੇ ਹੁਣ ਜ਼ਿਕਰ ਆਇਆ ਕਿ ਭਾਈ ਬੁੱਢਾ ਜੀ ਵੀ ਬੈਠੇ, ਬਾਬਾ ਬੁੱਢਾ ਜੀ ਵੀ ਉਸ ਸੰਗਤ ਦੇ ਵਿੱਚ ਬੈਠ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਜਿਹੜੀ ਹੈ ਉਹ ਸਰਵਣ ਕਰਦੇ ਨੇ। ਹੁਣ ਬਾਬਾ ਬੁੱਢਾ ਜੀ ਦੇ ਜੀਵਨ ਬਾਬਤ ਵੀ ਅਸੀਂ ਥੋੜੀ ਜਿਹੀ ਝਾਤ ਮਾਰ ਲਈਏ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਆਪਣੇ ਜੀਵਨ ਦਾ ਬਹੁਤ ਸਮਾਂ ਗੁਰੂ ਘਰ ਦੀ ਸੇਵਾ ਦੇ ਵਿੱਚ ਹੀ ਲਗਾ ਦਿੱਤਾ। 12 ਸਾਲ ਦੀ ਉਮਰ ਸੀ ਜਦੋਂ ਬਾਬਾ ਬੁੱਢਾ ਸਾਹਿਬ ਜੀ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆ ਗਏ ਸਨ। ਰੋਜ਼ਾਨਾ ਹੀ ਗੁਰੂ ਸਾਹਿਬ ਜੀ ਦੀ ਸੰਗਤ ਕਰਦੇ, ਆਪ ਮੱਝਾਂ ਗਾਵਾਂ ਚਾਰਦੇ ਸਨ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਭੇਟਾ ਦੇ ਤੌਰ ਤੇ ਗਾਈਆਂ ਦਾ ਦੁੱਧ ਭੇਂਟ ਕਰਦੇ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਦੇਖਿਆ ਵੀ ਇਹ ਬੱਚਾ ਛੋਟੀ ਉਮਰ ਦੇ ਵਿੱਚ ਹੀ ਇੰਨੀ ਸਿਆਣਪ ਦੇ ਨਾਲ, ਇੰਨੀ ਲਿਆਕਤ ਦੇ ਨਾਲ ਆਪਣਾ ਜੀਵਨ ਬਸਰ ਕਰ ਰਿਹਾ, ਤਾਂ ਗੁਰੂ ਸਾਹਿਬ ਨੇ ਸੁਭਾਵਿਕ ਹੀ ਉਹਨਾਂ ਨੂੰ ਪੁੱਛ ਲਿਆ ਵੀ ਤੁਹਾਡਾ ਨਾਂ ਕੀ ਹੈ। ਘਰਦਿਆਂ ਨੇ ਉਹਨਾਂ ਦਾ ਨਾਮ ਬੂੜਾ ਰੱਖਿਆ ਸੀ। ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਉਹਨਾਂ ਦੇ ਬਚਨ ਸਰਵਣ ਕੀਤੇ ਨਾ, ਤਾਂ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਉਮਰ ਤਾਂ ਤੁਹਾਡੀ ਛੋਟੀ ਹੈ, ਪਰ ਤੁਹਾਡਾ ਕਾਰਜ ਜਿਹੜੇ ਨੇ, ਤੁਹਾਡੇ ਕੰਮ ਨੇ ਬੁੱਢਿਆ ਵਾਲੇ ਨੇ। ਤਾਂ ਇਤਿਹਾਸਕਾਰ ਲਿਖਦੇ ਨੇ ਕਿ ਉਸ ਦਿਨ ਤੋਂ ਉਹਨਾਂ ਦਾ ਨਾਮ ਬੂੜਾ ਤੋਂ ਬਾਬਾ ਬੁੱਢਾ ਜੀ ਹੋ ਗਿਆ। ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਬਣਾਇਆ, ਆਪਣੀ ਗੁਰਤਾ ਗੱਦੀ ਦੇ ਉੱਤੇ, ਤਖਤ ਦੇ ਉੱਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਵਿਰਾਜਮਾਨ ਕੀਤਾ, ਤਾਂ ਉਸ ਸਮੇਂ ਜਿਹੜੀ ਗੁਰਤਾ ਗੱਦੀ ਦੀ ਰਸਮ ਸੀ ਉਹ ਵੀ ਬਾਬਾ ਬੁੱਢਾ ਜੀ ਤੋਂ ਹੀ ਕਰਾਈ। 6ਵੇਂ ਪਾਤਸ਼ਾਹੀ ਤੱਕ ਗੁਰਤਾ ਗੱਦੀ ਦੀ ਰਸਮ ਬਾਬਾ ਬੁੱਢਾ ਸਾਹਿਬ ਜੀ ਹੀ ਨਿਭਾਉਂਦੇ ਰਹੇ, ਤੇ ਉਸ ਤੋਂ ਬਾਅਦ ਜਿਹੜੀ ਰਸਮ ਸੀ ਬਾਕੀ ਦੇ ਗੁਰੂ ਸਾਹਿਬਾਨਾਂ ਦੇ ਗੁਰਤਾ ਗੱਦੀ ਦੀ ਰਸਮ ਸੀ, ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼, ਉਹਨਾਂ ਦੇ ਪੁੱਤਰ, ਉਹਨਾਂ ਦੇ ਸੁਪੁੱਤਰ ਹੀ ਉਸ ਕਾਰਜ ਨੂੰ ਕਰਦੇ ਰਹੇ, ਉਸ ਕਾਰਜ ਨੂੰ ਨਿਭਾਉਂਦੇ ਰਹੇ। ਤੇ ਜਦੋਂ ਆਦਿ ਗ੍ਰੰਥ ਸਾਹਿਬ ਜੀ ਦੀ ਰਚਨਾ ਹੁੰਦੀ ਹੈ, ਹਰਿਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੇ ਅੰਦਰ ਜਦੋਂ ਸਭ ਤੋਂ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਆਦਿ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਨਾ, ਸਭ ਤੋਂ ਪਹਿਲਾ ਹੁਕਮਨਾਮਾ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਲਿਆ, ਤੇ ਉਸ ਦਰਬਾਰ ਸਾਹਿਬ ਦੇ ਸਭ ਤੋਂ ਪਹਿਲੇ ਹੈੱਡ ਗ੍ਰੰਥੀ ਵੀ ਬਾਬਾ ਬੁੱਢਾ ਜੀ ਹੀ ਹੋਏ। ਬਾਬਾ ਬੁੱਢਾ ਜੀ ਨੇ ਆਪਣੇ ਜੀਵਨ ਦਾ ਸਾਰਾ ਜਿਹੜਾ ਜੀਵਨ ਕਾਲ ਸੀ ਉਹ ਗੁਰੂ ਘਰ ਨੂੰ ਸਮਰਪਿਤ ਕਰਤਾ ਸੀ। ਤਾਂ ਇੱਥੇ ਕਵੀ ਜੀ ਜ਼ਿਕਰ ਕਰਦੇ ਨੇ ਕਿ ਉਹਨਾਂ ਸੰਗਤਾਂ ਦੇ ਵਿੱਚ ਇੱਕ ਬੁੱਢਾ ਜੋ ਹੈ ਤਤਵੇਤਾ, ਕਿ ਉਹਨਾਂ ਦਾ ਨਾਮ ਬਾਬਾ ਬੁੱਢਾ ਜੀ ਇੱਥੇ ਜ਼ਿਕਰ ਆਇਆ ਕਿ ਉਹ ਵੀ ਇਸ ਸੰਗਤ ਦੇ ਵਿੱਚ ਆ ਕੇ ਕਥਾ ਜਿਹੜੀ ਆ ਉਹ ਸਰਵਣ ਕਰਦੇ ਨੇ। ਮੋਹ ਆਦ ਜੋਧਾ ਅਤ ਜੇਤਾ, ਜਿਹੜੇ ਇੱਕ ਬਹੁਤ ਵੱਡੇ ਯੋਧੇ ਵਾਂਗ ਆਪਣੇ ਮੋਹ ਦੇ ਉੱਤੇ, ਆਪਣੇ ਵਿਕਾਰਾਂ ਦੇ ਉੱਤੇ ਜਿਨ੍ਹਾਂ ਨੇ ਕਾਬੂ ਪਾਇਆ ਹੋਇਆ ਹੈ। ਬਚਨ ਪਾਏ ਗੁਰੂ ਜੋ ਸਿਸ ਵੈਸਾ, ਭਇਓ ਪਰਮ ਬਿਰਦਨ ਤਨ ਜੈਸਾ, ਕਿ ਉਹਨਾਂ ਨੇ ਬਾਲ ਉਮਰ ਦੇ ਵਿੱਚ ਹੀ ਗੁਰੂ ਸਾਹਿਬ ਜੀ ਤੋਂ ਬਚਨ ਪ੍ਰਾਪਤ ਕੀਤੇ ਸਨ, ਗੁਰੂ ਸਾਹਿਬ ਜੀ ਤੋਂ ਬਚਨ ਸੁਣੇ ਸਨ। ਉਹਨਾਂ ਦਾ ਸਰੀਰ ਅਧਿਕ ਬੁੱਢਿਆਂ ਦੇ ਸਮਾਨ ਹੋ ਗਿਆ। ਭਾਵ ਜਿਸ ਤਰ੍ਹਾਂ ਅਸੀਂ ਪਿੱਛੇ ਵੀ ਸਰਵਣ ਕਰ ਚੁੱਕੇ ਇਤਿਹਾਸ, ਕਿ ਉਹਨਾਂ ਦੇ ਕੰਮਾਂ ਤੋਂ, ਉਹਨਾਂ ਦੀ ਸਿਆਣਪ ਤੋਂ, ਉਹਨਾਂ ਤੋਂ ਲਿਆਕਤ ਤੋਂ ਹੀ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਨਾਮ ਦਾ ਜਿਹੜਾ ਖਿਤਾਬ ਸੀ ਬਾਬਾ ਬੁੱਢਾ ਜੀ ਨੂੰ ਦੇ ਦਿੱਤਾ ਸੀ। ਖਟ ਪਾਤਸ਼ਾਹੀ ਰਹਿਓ ਹੋ ਦੂਰਾ, ਨਿਪੁੰਨ ਸੇਵ ਮੈਂ ਬਚਨਨ ਪੂਰਾ, ਕਿ ਉਹ 6ਵੀਂ ਪਾਤਸ਼ਾਹੀ ਤੱਕ ਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਰਹੇ। ਇਹ ਕਵੀ ਜੀ ਜ਼ਿਕਰ ਕਰਦੇ ਨੇ ਕਿ ਉਹ ਬਾਬਾ ਬੁੱਢਾ ਜੀ 6 ਪਾਤਸ਼ਾਹੀਆਂ ਤੱਕ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਰਹੇ। ਨਿਪੁੰਨ ਸੇਵ ਮੈਂ ਬਚਨਨ ਪੂਰਾ, ਤੇ ਸੇਵਾ ਦੇ ਬਚਨਾਂ ਦੇ ਉਹ ਪੂਰੇ ਸਨ, ਪੂਰੇ ਸਿੱਖ ਸਨ। ਸੋ ਸਰੋਤਾ ਬੈਸਿਓ ਮਤ ਧੀਰਾ, ਸੁਣਨ ਕਥਾ ਜੋ ਹਰੇ ਭਵ ਪੀਰਾ, ਕਿ ਇਸ ਤਰ੍ਹਾਂ ਧੀਰਜਵਾਨ ਬਾਬਾ ਬੁੱਢਾ ਸਾਹਿਬ ਜੀ ਵੀ ਉਹ ਕਥਾ ਸੁਣਨ ਦੇ ਲਈ
ਕਥਾ ਸਰਵਣ ਕਰਨ ਦੇ ਲਈ ਸੰਗਤ ਦੇ ਵਿੱਚ ਬੈਠੇ ਨੇ ਤੇ ਜਿਹੜੀ ਕਥਾ ਸੁਣਨ ਦੇ ਨਾਲ ਸੰਸਾਰਕ ਪੀੜਾ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ। ਅਮਰਦਾਸ ਤੇਜੋ ਕੇ ਨੰਦਨਾ ਸੇਵੇ ਜਿਨ ਅੰਗਦ ਦੁਖ ਕੰਦਨਾ। ਹੁਣ ਅਮਰਦਾਸ ਤੇਜੋ ਭਾਈ ਤੇਜਾ ਜੀ ਦੇ ਸੁਪੁੱਤਰ ਜਿਹੜੇ ਤੀਜੇ ਪਾਤਸ਼ਾਹ ਜੀ ਹੋਏ ਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਉਹ ਵੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ ਸਨ। ਉਹਨਾਂ ਸਿੱਖ ਸੰਗਤਾਂ ਦੇ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੋ ਭਾਈ ਤੇਜਾ ਜੀ ਦੇ ਸੁਪੁੱਤਰ ਨੇ, ਉਹ ਵੀ ਉਸ ਸੰਗਤ ਦੇ ਵਿੱਚ ਬੈਠ ਕੇ ਇਹ ਸਾਰੀ ਜਿਹੜੀ ਕਥਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਨਮ ਦੇ ਬਾਬਤ ਇਹ ਸਾਰੀ ਦੀ ਸਾਰੀ ਕਥਾ ਇਕਾਗਰਚਿਤ ਹੋ ਕੇ ਸਰਵਣ ਕਰਦੇ ਨੇ। ਸੇਵੇ ਜਿਨ ਅੰਗਦ ਦੁਖ ਕੰਦਨ, ਕਿ ਜਿਨ੍ਹਾਂ ਨੇ ਦੁੱਖਾਂ ਨੂੰ ਹਰਨ ਵਾਲੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੀ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਹੈ। ਗੁਰਤਾ ਪਾਈ ਜਿਨ ਪਛਾਤੀ ਸਨਤ ਪਇਓ ਸੋ ਕਥਾ ਸੁਹਾਤੀ, ਕਿ ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਤੋਂ ਬਾਅਦ ਗੁਰਿਆਈ ਪ੍ਰਾਪਤ ਕੀਤੀ ਸੀ, ਉਹ ਵੀ ਇਕਾਗਰਚਿਤ ਹੋ ਕੇ ਸੋਭਨੀਤ ਕਥਾ ਜਿਹੜੀ ਹੈ ਉਹ ਸਰਵਣ ਕਰਦੇ ਹਨ। ਪੁਨ ਗੁਰਮੁਖ ਇੱਕ ਜੀਵਾ ਭਾਈ ਮਨ ਬਚ ਕਰਮ ਜਿਨ ਸੇਵ ਕਮਾਈ। ਫਿਰ ਇੱਕ ਭਾਈ ਜੀਵਾ ਨਾਂ ਦਾ ਗੁਰਮੁਖ ਪਿਆਰਾ ਸਿੱਖ ਹੈ ਜਿਹੜਾ ਉਸ ਸੰਗਤ ਦੇ ਵਿੱਚ ਬੈਠ ਕੇ ਕਥਾ ਸਰਵਣ ਕਰ ਰਿਹਾ ਹੈ, ਜਿਹਨੇ ਮਨ ਕਰਕੇ ਵਚਨਾ ਕਰਕੇ ਕਰਮਾਂ ਕਰਕੇ ਜਿਹੜੀ ਹੈ ਸੇਵਾ ਦੀ ਕਮਾਈ ਕੀਤੀ ਹੈ। ਸ੍ਰੀ ਅੰਗਦ ਹਿਤ ਭੋਜਨ ਤਿਆਗੀ ਕਰਤ ਪ੍ਰੀਤ ਸੁਰਚ ਰਸਵਾਰੀ, ਕਿ ਇਹ ਭਾਈ ਜੀਵਾ ਨਾਮੀ ਜਿਹੜਾ ਗੁਰਮੁਖ ਪਿਆਰਾ ਸਿੱਖ ਹੈ ਨਾ, ਇਹ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਲਈ ਪ੍ਰਸ਼ਾਦਾ ਤਿਆਰ ਕਰਦਾ ਹੈ, ਲੰਗਰ ਤਿਆਰ ਕਰਨ ਦੀ ਸੇਵਾ ਕਰਦਾ ਹੈ। ਤੇ ਕਵੀ ਜੀ ਆਖਦੇ ਨੇ ਕਿ ਬੜੀ ਸ਼ਰਧਾ ਭਾਵਨਾ ਦੇ ਨਾਲ ਪਿਆਰ ਦੇ ਨਾਲ ਜਿਹੜਾ ਇਹ ਗੁਰਮੁਖ ਪਿਆਰਾ ਹੈ ਗੁਰੂ ਸਾਹਿਬ ਜੀ ਦੇ ਲਈ ਸਵਾਦ ਲਈ ਬੜੇ ਸੋਹਣੇ ਤਰੀਕੇ ਦੇ ਨਾਲ ਪ੍ਰਸ਼ਾਦਾ ਪਾਣੀ ਜਿਹੜਾ ਹੈ ਉਹ ਤਿਆਰ ਕਰਦਾ ਹੈ। ਪਾਰੋ ਜੁਲਕਾ ਪੁਨ ਸਿੱਖ ਏਕੂ ਪਰਮਹੰਸ ਕੋ ਜਾਸ ਬਪੇਕੂ, ਕਿ ਇੱਕ ਭਾਈ ਪਾਰੋ ਜੁਲਕਾ ਨਾਮੀ ਸਿੱਖ ਹੈ ਜਿਸ ਨੂੰ ਪਰਮਹੰਸ ਦੀ ਜਿਹੜੀ ਹੈ ਉਹ ਪਦਵੀ ਪ੍ਰਾਪਤ ਸੀ। ਆਮ ਤੌਰ ਦੇ ਉੱਤੇ ਅਸੀਂ ਗੁਰਬਾਣੀ ਦੇ ਵਿੱਚ ਵੀ ਹੰਸ ਦਾ ਵੀ ਜ਼ਿਕਰ ਪੜ੍ਹਦੇ ਹਾਂ, ਪਰਮਹੰਸ ਦਾ ਜ਼ਿਕਰ ਵੀ ਪੜ੍ਹਦੇ ਹਾਂ, ਬੰਗਲੇ ਦੀ ਵੀ ਜਾਂ ਹੋਰ ਅਨੇਕਾਂ ਪੰਛੀਆਂ ਦੀਆਂ ਉਦਾਹਰਨਾਂ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਸਾਡੇ ਮਨ ਨੂੰ ਸਮਝਾਉਣ ਦੇ ਲਈ ਵਰਤੀਆਂ ਨੇ। ਪਰਮਹੰਸ ਦਾ ਮਤਲਬ ਹੁੰਦਾ ਕਿ ਜਿਹੜਾ ਆਪਣੀ ਹੰਸ ਦੀ ਚੁੰਝ ਦੇ ਵਿੱਚ ਇੰਨੀ ਤਾਕਤ ਹੁੰਦੀ, ਹਾਲਾਂਕਿ ਅਸੀਂ ਕਿਸੇ ਨੇ ਵੀ ਹੰਸ ਨੂੰ ਦੇਖਿਆ ਨਹੀਂ ਹੁਣ, ਹੰਸ ਦੀ ਚੁੰਝ ਦੇ ਵਿੱਚ ਇੰਨੀ ਕੁ ਤਾਕਤ ਹੁੰਦੀ ਕਿ ਜੇਕਰ ਅਸੀਂ ਪਾਣੀ ਦੇ ਵਿੱਚ ਦੁੱਧ ਵੀ ਮਿਲਾ ਦਈਏ ਨਾ, ਉਸ ਦੇ ਚੁੰਝ ਦੇ ਵਿੱਚ ਇਹੋ ਜਿਹਾ ਪਦਾਰਥ ਹੁੰਦਾ ਜਿਹੜਾ ਪਾਣੀ ਤੇ ਦੁੱਧ ਨੂੰ ਵੱਖ ਕਰ ਦਿੰਦਾ ਤੇ ਉਹ ਦੁੱਧ ਨੂੰ ਆਪਣੇ ਸਰੀਰ ਦੇ ਅੰਦਰ ਗ੍ਰਹਿਣ ਕਰ ਲੈਂਦਾ ਤੇ ਪਾਣੀ ਨੂੰ ਛੱਡ ਦਿੰਦਾ। ਤੇ ਉਸ ਦੇ ਗੁਣਾਂ ਦੇ ਆਧਾਰ ਦੇ ਉੱਤੇ ਭਾਈ ਪਾਰੋ ਜੁਲਕਾ ਨੂੰ ਜਿਹੜੀ ਹੈ ਪਰਮਹੰਸ ਦੀ ਪਦਵੀ ਪ੍ਰਾਪਤ ਸੀ। ਭਾਵ ਇਹ ਸੰਸਾਰ ਦੇ ਵਿੱਚ ਵਿਚਰਦਿਆਂ ਜਿੱਥੇ ਇਹਨਾਂ ਨੂੰ ਕੀਮਤੀ ਗੁਣ ਪ੍ਰਾਪਤ ਹੁੰਦੇ ਨੇ, ਇਹ ਪ੍ਰਾਪਤ ਕਰ ਲੈਂਦੇ ਨੇ, ਔਗਣਾਂ ਨੂੰ ਛੱਡ ਦਿੰਦੇ ਨੇ। ਤੇ ਇਹ ਭਾਈ ਪਾਰੋ ਜੁਲਕਾ ਨੂੰ ਹੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਅਸੀਂ ਜਦੋਂ ਪੜ੍ਹਦੇ ਹਾਂ ਇਤਿਹਾਸ ਨੂੰ, ਤਾਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ 22 ਮੰਜੀਆਂ ਥਾਪੀਆਂ ਸਨ। ਤਾਂ ਉਹਨਾਂ 22 ਮੰਜੀਆਂ ਦੇ ਵਿੱਚੋਂ ਇਹ ਭਾਈ ਪਾਰੋ ਜੁਲਕਾ ਜੀ ਨੂੰ ਵੀ ਇੱਕ ਮੰਜੀਦਾਰ ਥਾਪਿਆ ਸੀ, ਭਾਵ ਇੱਕ ਪ੍ਰਚਾਰਕ ਥਾਪਿਆ ਸੀ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਪ੍ਰਚਾਰ ਕਰਦੇ ਸਨ। ਇਹ ਵੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਇਹ ਪਰਮ ਸਿੱਖ ਨੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆ ਕੇ ਗੁਰੂ ਘਰ ਦੀਆਂ ਸੰਗਤਾਂ ਦੇ ਵਿੱਚ ਬੈਠ ਕੇ ਇਹ ਕਥਾ ਸਰਵਣ ਕਰਦੇ ਨੇ। ਤਜਨ ਅਸਾਰੰਗ ਸਾਰ ਗ੍ਰਹੀਤੀ ਪੈ ਅਪ ਕੀ ਜਿਉ ਹੰਸਨ ਰੀਤੀ। ਜਿਸ ਤਰ੍ਹਾਂ ਮੈਂ ਆਪ ਜੀ ਨੇ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਹ ਹੰਸ ਦੇ ਗੁਣਾ ਕਰਕੇ ਇਹਨਾਂ ਨੂੰ ਪਰਮਹੰਸ ਦੀ ਪਦਵੀ ਪ੍ਰਾਪਤ ਹੋਈ ਸੀ, ਕਿ ਜਿਸ ਤਰ੍ਹਾਂ ਕਿ ਉਹ ਹੰਸ ਦੁੱਧ ਚੁਗ ਲੈਂਦਾ ਆਪਣੀ ਚੁੰਝ ਦੇ ਨਾਲ, ਦੁੱਧ ਜਿਹੜਾ ਹੈ ਆਪਣੇ ਸਰੀਰ ਦੇ ਅੰਦਰ ਧਾਰਨ ਕਰ ਲੈਂਦਾ, ਇਸੇ ਤਰ੍ਹਾਂ ਇਹਨਾਂ ਦਾ ਸੁਭਾਅ ਸੀ। ਆਪਣੇ ਜੀਵਨ ਦੇ ਵਿੱਚ ਜਿਹੜੇ ਨੇ ਚੰਗੇ ਗੁਣ ਹੀ ਧਾਰਨ ਕਰਦੇ ਨੇ। ਚੋਪਈ ਸੈਨ ਸਰਸ ਇੱਕ ਤਿੰਗਾ ਨਾਈ ਜਿਨ ਸਿੱਖੀ ਕੀ ਰੀਤ ਕਮਾਈ। ਫਿਰ ਆਖਦੇ ਨੇ ਕਿ ਭਗਤ ਸੈਣ ਜੀ ਵਰਗਾ ਇੱਕ ਧਿੰਗਾ ਨਾਈ ਵੀ ਇਸ ਸਿੱਖ ਸੰਗਤ ਦੇ ਵਿੱਚ ਬੈਠਾ ਹੈ, ਜਿਨ ਸਿੱਖੀ ਕੀ ਰੀਤ ਕਮਾਈ, ਕਿ ਜਿਸ ਨੇ ਸਿੱਖੀ ਦੀ ਰੀਤ ਅਨੁਸਾਰ ਕਮਾਈ ਕੀਤੀ ਹੈ, ਸਿੱਖੀ ਦੀ ਮਰਿਆਦਾ ਦੇ ਅਨੁਸਾਰ ਘਾਲਣਾ ਕੀਤੀ ਹੈ। ਭਾ ਮੁਰੀਦ ਮੁਰਦੇ ਕੀ ਨਿਆਈ ਗੁਰੂ ਗੋਰ ਮੈਂ ਕੀਨ ਸਮਾਈ। ਕਿ ਇੱਕ ਚੰਗਾ ਮੁਰੀਦ
ਇੱਕ ਮੁਰਦੇ ਵਾਂਗ ਹੁੰਦਾ ਹੈ ਕਿ ਜਿਹੜਾ ਗੁਰੂ ਰੂਪ ਕਬਰ ਵਿੱਚ ਸਮਾ ਜਾਂਦਾ ਹੈ, ਭਾਵ ਆਪਣਾ ਆਪ ਜਿਹੜਾ ਹੈ ਭੁੱਲ ਜਾਂਦਾ ਹੈ। ਇੱਕ ਚੰਗਾ ਜਿਹੜਾ ਮੁਰੀਦ ਹੈ ਨਾ, ਉਹ ਆਪਣਾ ਆਪ ਆਪਣੇ ਗੁਰੂ ਤੋਂ ਕੁਰਬਾਨ ਕਰ ਦਿੰਦਾ ਹੈ, ਆਪਣਾ ਆਪ ਗੁਰੂ ਤੋਂ ਨਿਸ਼ਾਵਰ ਕਰ ਦਿੰਦਾ ਹੈ। ਇਹੋ ਜਿਹਾ ਇੱਕ ਪਿਆਰਾ ਸਿੱਖ ਵੀ ਸਹਿ ਨਾਈ ਜੀ ਵਰਗਾ ਉਸ ਸੰਗਤ ਦੇ ਵਿੱਚ ਬੈਠ ਕੇ ਕਥਾ ਸਰਵਣ ਕਰਦਾ ਹੈ। ਇਤਿਆਦਿਕ ਜੋ ਸੇਵਕ ਪ੍ਰੇਮੀ ਭਏ ਕਥਾ ਸੁਣਨੇ ਕੇ ਨੇਮੀ। ਕਿ ਇਸ ਤਰ੍ਹਾਂ ਕਈ ਸੇਵਕ ਪ੍ਰੇਮੀ ਸਿੱਖ ਗੁਰੂ ਜੀ ਦੀ ਕਥਾ ਜਿਹੜੀ ਸੁਣਨ ਦੇ ਲਈ ਉਹ ਉਸ ਦੀਵਾਨ ਦੇ ਵਿੱਚ, ਉਸ ਸੰਗਤ ਦੇ ਵਿੱਚ ਵਿਰਾਜਮਾਨ ਨੇ। ਅਪਰ ਮਨੁਜ ਆਵੇ ਕਰ ਹੇਤੂ ਸੁਣੇ ਕਥਾ ਬੇਦੀ ਕੁਲ ਕੇਤੂ। ਵੀ ਹੋਰ ਜਿਹੜੇ ਪਿਆਰੇ ਪ੍ਰੇਮ ਕਰਨ ਵਾਲੇ ਮਨੁੱਖ ਨੇ, ਉਹ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਸੁਣਨ ਦੇ ਲਈ, ਕਥਾ ਸਰਵਣ ਕਰਨ ਦੇ ਲਈ ਉਸ ਸੰਗਤ ਦੇ ਵਿੱਚ ਹਾਜ਼ਰੀਆਂ ਭਰਦੇ ਨੇ। ਜਿਹੜੇ ਬੇਦੀ ਕੁਲ ਦੇ ਧ੍ਰਿਜ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ, ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਪ੍ਰੇਮ ਪਿਆਰ ਦੇ ਨਾਲ ਸਰਵਣ ਕਰਨ ਦੇ ਲਈ ਉਸ ਸੰਗਤ ਦੇ ਵਿੱਚ ਵਿਰਾਜਮਾਨ ਨੇ। ਦੋਹਰਾ ਬਾਲਾ ਕਰ ਦੋ ਚਾਰ ਮੁਖ ਪੈੜੇ ਲਿਖੀ ਸੁਧਾਰ। ਲਿਖਵਾਈ ਅੰਗਦ ਗੁਰੂ ਜਗ ਕੇ ਕਾਜ ਉਦਾਰ। ਕਿ ਭਾਈ ਬਾਲਾ ਜੀ ਆਪਣੇ ਮੁਖ ਤੋਂ ਕਥਾ ਉਚਾਰਨ ਕਰਦੇ ਨੇ ਤੇ ਭਾਈ ਪੈੜਾ ਮੁਖਾ ਜੀ ਗੁਰਮੁਖੀ ਦੇ ਵਿੱਚ ਲਿਖ ਕੇ ਸੁਧਾਰ ਕਰਦੇ ਨੇ। ਤੇ ਇਸ ਤਰ੍ਹਾਂ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਆਪ ਇਹ ਕਥਾ ਲਿਖਵਾ ਕੇ ਜਗ ਦੇ ਉੱਤੇ ਉਧਾਰ ਕੀਤਾ। ਸੋ ਸੁਣ ਵਰਣਨ ਕਰਤ ਕਬ ਛੰਦ ਚ ਜੋ ਪਈ ਬੰਦ। ਸ੍ਰੀ ਨਾਨਕ ਪਰਮਾਤਮਾ ਬੰਦਨ ਕਰ ਸੁਖ ਕੰਦ। ਕਿ ਇਸ ਤਰ੍ਹਾਂ ਸੁੱਖਾਂ ਦੇ ਦਾਤਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਪਰਮਾਤਮਾ ਰੂਪ ਜਾਣ ਕੇ ਉਹਨਾਂ ਨੂੰ ਨਮਸਕਾਰ ਕਰਦੇ, ਉਹਨਾਂ ਨੂੰ ਮੱਥਾ ਟੇਕ ਕੇ ਕਵੀ ਜੀ ਨੇ ਇਸ ਕਥਾ ਦਾ ਵਰਣਨ ਚੌਪਈ ਦੇ ਵਿੱਚ, ਛੰਦ ਦੇ ਵਿੱਚ ਤੇ ਬੰਦ ਦੇ ਵਿੱਚ ਕੀਤਾ ਹੈ। ਹੁਣ ਤੱਕ ਦੇ ਦੀਵਾਨਾਂ ਦੇ ਵਿੱਚ ਅਸੀਂ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਇੱਥੋਂ ਤੱਕ ਦੂਜੇ ਅਧਿਆਏ ਦੀ ਕਥਾ ਸਰਵਣ ਕਰ ਚੁੱਕੇ ਹਾਂ। ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ ਅਗਲੇ ਅਧਿਆਏ ਦੀ ਜਿਹੜੀ ਹੈ ਉਹ ਕਥਾ ਆਰੰਭ ਕਰਾਂਗੇ ਕਿ ਕਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਅਵਤਾਰ ਹੁੰਦਾ ਹੈ। ਸੋ ਇਹ ਵਿਚਾਰਾਂ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਕਰਾਂਗੇ। ਹੁਣ ਤੱਕ ਆਪ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਨਮ ਬਾਬਤ ਜਾਂ ਜਿਹੜੇ ਵੀ ਪਿਆਰੇ ਸਿੱਖਾਂ ਦਾ ਜ਼ਿਕਰ ਆਇਆ ਉਸ ਬਾਬਤ ਆਪ ਜੀ ਨੇ ਹੁਣ ਤੱਕ ਦੇ ਦੀਵਾਨਾਂ ਦੇ ਵਿੱਚ ਇਹ ਦੂਜੇ ਅਧਿਆਏ ਦੀ ਸਮਾਪਤੀ ਹੁੰਦੀ ਹੈ। ਤੀਜੇ ਅਧਿਆਏ ਦੀ ਆਰੰਭਤਾ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਉਹਨਾਂ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।